Hello to all of you, welcome back to our channel. We are knowledge. सब तो पहले जरूरी काम की है फॉलो कर लो सानू इंस्टाग्राम ਤੇ we are knowledge सब्सक्राइब कर लो साਡਾ YouTube चैनल we are knowledge WhatsApp नंबर हैगा अपना 9872594011 WhatsApp ਤੇ ਉਹੀ ਕੰਟੈਕਟਸ ਕਰਨ ਜਿਨ੍ਹਾਂ ਨੇ ਆਨਲਾਈਨ ਕਲਾਸਿਸ ਜਾਂ ਆਫਲਾਈਨ ਕਲਾਸਿਸ ਲੈਣੀ ਹੈ ਅਦਰਵਾਈਜ਼ ਕੋਈ ਇਨਫੋਰਮੇਸ਼ਨ ਨਹੀਂ ਦੇ ਰਹੇ ਆਪਾਂ ਤਾਂ ਸਿਰਫ ਜਿਨ੍ਹਾਂ ਨੇ ਕਲਾਸਿਸ ਲੈਣੀ ਹੈ ਜਿਨ੍ਹਾਂ ਨੂੰ ਡੈਮੋ ਵੀਡੀਓ ਜਾਂ ਕੋਈ ਹੋਰ ਚੀਜ਼ ਵਧੀਆ ਲੱਗਦੀ ਹੈ ਆਪਣੀ ਚੈਨਲ ਦੇ ਉੱਤੇ ਉਹੀ ਕੰਟੈਕਟ ਕਰਨ ਅਦਰਵਾਈਜ਼ ਆਪਾਂ ਕੋਈ ਹੋਰ ਇਨਫੋਰਮੇਸ਼ਨ नहीं ਦਿੰਦੇ जी ठीक है जी। ਅੱਜ ਦਾ ਮੁੱਦਾ ਕੀ ਹੈ आज का मुद्दा है रीऑर्डर पैराग्राफ 25 तो लेके 36 तक करने पहला वाले ਆਪਾਂ ਕੀਤੇ ਹੋਏ ਉਹਨਾਂ ਦੀ ਵੀਡੀਓਜ਼ ਵੀ ਅਪਲੋਡਡ ਨੇ ਜਿਹੜੇ ਅੱਜ ਪਹਿਲੀ ਵਾਰੀ ਇਹ ਵੀਡੀਓ ਦੇਖ ਰਹੇ ਨੇ ਉਹ ਇਹ ਦੇਖ ਸਕਦੇ ਨੇ ਪਰ ਪਹਿਲਾਂ ਵਾਲੇ ਕਰ ਲਓਗੇ ਤਾਂ ਤੁਹਾਨੂੰ ਜ਼ਿਆਦਾ ਸਮਝ ਆਊਗਾ ਵੀ 25 ਤੋਂ 36 ਤੱਕ ਕਿਵੇਂ ਕੀਤੇ ਨੇ ठीक है। ਪਹਿਲਾਂ ਵਾਲੀ ਵੀਡੀਓਜ਼ ਦੇਖ ਲਓ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਗਾ ਜਾਂ ਉੱਪਰ ਵੀ ਮਿਲ ਜੂਗਾ ਤੁਹਾਨੂੰ ਨਹੀਂ ਤਾਂ ਆਪਾਂ ਚੈੱਕ ਵੀ ਕਰ ਲੈਣੇ ਆ ਜਿਵੇਂ ਕਿ ਆਪਣੇ ਕੋਲ ਰੀਆਰਡਰ ਪੈਰਾਗ੍ਰਾਫ पीटी दे विच इहदे विच अपने कोल 13 कीते हुए ने उस तो बाद रीऑर्डर जिहड़े कि 14 तो 24 आपां आ वीडियो विच कीते हुए ने ते जे तो नहीं समझ आ रही प्लेलिस्ट विच जाके इत्थे रीऑर्डर लिखा होया व्यू फुल प्लेलिस्ट कर लो इह च तुहानूं वीडियोस मिल जाणगे ठीक है जी। ये पहली आ वाली फिर चौथी फिर नवीं जिहड़ी पा रहे हैं इहनूं देख सकदे हो ए वाले करके चले जाओगे 36 पेपर विच काफी हद तक तुहानूं ईजी हो जाऊगा कि तुहानूं आउंदे होणगे है ना। ਤੇ ਜੇ ਕੁਝ ਹੋਰ ਕਰਨਾ ਚਾਹੁੰਦੇ ਹੋ ਤਾਂ ਕਲਾਸਿਸ ਜੁਆਇਨ ਕਰੋ ਆਨਲਾਈਨ ਜਾਂ ਆਫਲਾਈਨ ਰੀਡਿੰਗ ਦੀ ਕਲਾਸਿਸ ਲੱਗ ਚੱਲਦੀਆਂ ਨੇ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ। ਕੋਈ ਵੀ ਡਾਊਟ ਹੋਇਆ ਜੇ ਤੁਹਾਨੂੰ ਲੱਗਦਾ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ। ਚਲ ਅੱਜ ਦੇ ਮੁੱਦੇ ਵਿੱਚ ਰੀਆਰਡਰ ਪੈਰਾਗ੍ਰਾਫ 25 to 36 25 to 36 ਕਰਨ ਲੱਗੇ ਆਪਾਂ ਜਿਨ੍ਹਾਂ ਨੇ ਪੁਰਾਣੇ ਨਹੀਂ ਕੀਤੇ ਮੈਂ ਫੇਰ ਕਰ ਰਿਹਾ ਉਹ ਕਰ ਸਕਦੇ ਆ ਪੁਰਾਣੀ ਵੀਡੀਓਜ਼ ਅਪਲੋਡਡ ਨਹੀਂ ਠੀਕ ਹੈ ਜੀ। ਚਲੋ ਅੱਜ ਦੇ ਮੁੱਦੇ ਵੱਲ ਚੱਲਦੇ ਜਿਵੇਂ ਕਿ ਫਸਟ ਆਪਣੇ ਕੋਲ ਹੈਗਾ 25th 25th देख के स्टोरी की होगी आप स्टोरी वाइज याद करते हैं सारा कुछ है ना जिन्होंने देखे वीडियो उन्होंने पता कि स्टोरी वाइज करते हैं। चलो एक ड्रामा हो रहा है लिखा ना DRAMA ड्रामा एक ड्रामा हो रहा सी तो सामने ऑडियंस बैठी देख रही है ना एक स्टेज के उत्ते ड्रामा हो रहा है तो सामने ऑडियंस बैठी देख रही है ਤੇ ਉੱਥੇ ਨਿਊਜ਼ ਮੀਡੀਆ ਵਾਲੇ ਵੀ ਆਏ ਹੋਏ ਨੇ ਫੋਟੋਆਂ ਖਿੱਚਣ ਆ ਲਿਖਿਆ ਨਿਊਜ਼ ਆਪਾਂ ਇੱਥੋਂ ਨਿਊਜ਼ ਮੀਡੀਆ ਵਾਲੇ ਫੋਟੋਆਂ ਖਿੱਚਣ ਵਾਲੇ ਆਏ ਹੋਏ ਨੇ ਕਹਿਣ ਵੀ ਤੋਂ ਕੋਈ ਜਿਵੇਂ ਖਾਸ ਮਹਿਮਾਨ ਆਇਆ ਹੋਊਗਾ ਉਹਦੀ ਫੋਟੋਆਂ ਖਿੱਚ ਰਹੇ ਨੇ ਰੋਲ ਹੋ ਰਿਹਾ ਜਾਂ ਪ੍ਰੋਗਰਾਮ ਹੋ ਰਿਹਾ ਕੋਈ ਉਹਦੀ ਫੋਟੋਗ੍ਰਾਫਸ ਲੈ ਰਹੇ ਹੋ ਡਰਾਮਾ ਹੋ ਰਿਹਾ ਆਡੀਅנס ਬੈਠੀ ਦੇਖ ਰਹੀ ਹੈ ਤੇ ਨਿਊਜ਼ ਮੀਡੀਆ ਵਾਲੇ ਵੀ ਆਏ ਹੋਏ ਨੇ ਤੇ ਉਹਦੇ ਸਾਹਮਣੇ ਜਿਹੜੀ ਸਟੇਜ ਆ ਸਟੇਜ ਦੇ ਉੱਤੇ ਰੋਲ ਚੱਲ ਰਿਹਾ ਕਾਹਦਾ ਸਾਇੰਸ ਇਨ ਮਾਡਰਨ ਸੋਸਾਇਟੀ ਵੀ ਸਾਇੰਸ ਅੱਜ ਕੱਲ੍ਹ ਵਰਕ ਕਿਵੇਂ ਕਰ ਰਹੀ ਹੈ ਮਾਡਰਨ ਸੋਸਾਇਟੀ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਇੱਕ ਐਗਜ਼ਾਮਪਲ ਲਿੱਤੀ ਕਿ ਫੋਰ ਐਗਜ਼ਾਮਪਲ ਲਿੱਤੀ ਮੋਬਾਈਲ ਫੋਨਸ ਦੀ ਕਹਿੰਦੇ ਅੱਜ ਕੱਲ੍ਹ ਕੀ ਇਨਸੀਡੈਂਟ ਹੋ ਰਿਹਾ ਬਹੁਤ ਜ਼ਿਆਦਾ ਜਿਵੇਂ ਕਿ ਕਹਿੰਦੇ ਜਿਹੜੇ ਡਰਾਈਵਰਸ ਨੇ ਉਹ ਇਨਸਿਸਟ ਕਰਦੇ ਆ ਟਾਕਿੰਗ ਔਨ ਦਾ ਫੋਨ ਇਨਸਟੈਡ ਆਫ ਲੁਕਿੰਗ ਐਟ ਰੋਡਸ ਵੀ ਕੀ ਰੋਡਸ ਵੱਲ ਦੇਖਣ ਦੀ ਬਜਾਏ ਉਹ ਫੋਨ ਤੇ ਦੇਖਦੇ ਰਹਿੰਦੇ ਨੇ ਵੀ ਹਣ ਗਾਣੇ ਸੁਣੀ ਜਾਣੇ ਚੇਂਜ ਕਰ ਲੈਣਾ ਗਾਣਾ ਜਾਂ ਕੋਈ ਫੇਸ ਟਾਈਮ ਕਰੀ ਜਾਂਦਾ ਹਾਂ WhatsApp ਤੇ ਵੀਡੀਓ ਚੈੱਕ ਕਰ ਰਿਹਾ ਤਾਂ ਉਸ ਦੌਰਾਨ ਕੀ ਡਰਾਈਵਰ ਨੂੰ ਕੀ ਦੇਖਣਾ ਚਾਹੀਦਾ ਸੜਕ ਤੇ ਉਹ ਕਿੱਥੇ ਦੇਖ ਰਿਹਾ ਫੋਨ ਤੇ ਇਹਦੇ ਨਾਲ ਫਿਰ ਕੀ ਹੋਊਗਾ ਆਬਵੀਅਸਲੀ ਐਕਸੀਡੈਂਟ ਹੋਣਗੇ ਪਰ ਫਿਰ ਵੀ ਮੈਂ ਇੱਕ ਪੁਆਇੰਟ ਬਣਾਇਆ ਇਹਦੇ ਨਾਲ ਹੈ ਕ੍ਰਾਈਸਿਸ ਕੀ ਕ੍ਰਾਈਸਿਸ ਆ ਜਾਣਗੇ ਜਾਂ ਮੋਬਾਈਲ ਫੋਨ ਕੈਨੋਟ ਹੈਲਪ ਟੂ ਮੇਕ ਫੋਨ ਕਾਲ ਵੈਨ ਵੀ ਆਰ ਕ੍ਰਾਈਸਿਸ ਕਹਿੰਦੇ ਕੀ ਹੈ ਵੀ ਆਪਾਂ ਨੂੰ ਕ੍ਰਾਈਸਿਸ ਵਰਡ ਯਾਦ ਰੱਖਾਂਗੇ ਆਪਾਂ ਮੇਨ ਡਰਾਮਾ ਹੋ ਰਿਹਾ ਆਡੀਅנס ਆਈ ਹੋਈ ਹੈ ਨਿਊਜ਼ ਮੀਡੀਆ ਵਾਲੇ ਆਏ ਹੋਏ ਨੇ ਤੇ ਰੋਲ ਚੱਲ ਰਿਹਾ ਸਾਇੰਸ ਇਨ ਮਾਡਰਨ ਸੋਸਾਇਟੀ ਚ ਉਹਨਾਂ ਨੇ ਐਗਜ਼ਾਮਪਲ ਲਿੱਤੀ ਮੋਬਾਈਲ ਫੋਨ ਦੀ ਤੇ ਨਾਲ ਕਹਿੰਦੇ ਕ੍ਰਾਈਸਿਸ ਆ ਜਾਊਗਾ ਫਿਰ ਤੁਸੀਂ ਹੁਣ ਜੇ ਫੋਨ ਦੀ ਗੱਲਾਂ ਕਰਦੇ ਰਹਿ ਗਏ ਕੰਮ ਕਰ ਫਿਰ ਕੌਣ ਕਰੂਗਾ ਠੀਕ ਹੈ। 25th ਹੋ ਗਿਆ ਆਪਣਾ ਨੈਕਸਟ ਕਰਦੇ ਹਾਂ ਆਪਾਂ 26th ਦੇ ਵਿੱਚ ਦੇਖੀਏ ਨੈਕਸਟ ਆ ਗਿਆ ਆਪਣੇ ਕੋਲ 26th ਇਹਦੇ ਵਿੱਚ ਦੇਖੀਏ ਕੀ ਹੈ ਇਹਦੇ ਵਿੱਚ ਪਹਿਲਾਂ ਦੇਖਣਾ ਪੇਂਟਿੰਗ ਤੇ ਫੋਟੋਗ੍ਰਾਫੀ पेंटिंग ते फोटोग्राफी दोनों अलग अलग चीज़ें दुनिया में ध्यान रख समझो पेंटिंग करना ते फोटोग्राफी फोन ते मोबाइल ते या फिर कैमरे दी करना फोटोग्राफी पेंटिंग ते फोटोग्राफी जिहदे विचों फोटोग्राफी जिहड़ी अपीयरेंस हुई सी 1839 दे विच मतलब हुंदे हुई है हना ज़्यादा समा नहीं होया फोटोग्राफी हुणे हुणे अपीयरेंस देखी गई है 1839 दे विच ਜਿਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ 올ਡਰ ਪੀਪਲ ਸੀਗੇ ਮਤਲਬ ਬੁੱਢੇ ਜੀ ਪੁਰਾਣੇ ਲੋਕ ਸੀ ਜਿਹੜੇ ਉਹ ਬਜ਼ੁਰਗ ਜਿਹੜੇ ਸੀਗੇ ਉਹ ਕੀ ਕਰਦੇ ਸੀ ਪੇਂਟਿੰਗ ਵਿਦ ਲਾਈਟ ਕਰਦੇ ਸੀ ਪੇਂਟਿੰਗ ਵਿਦ ਲਾਈਟ ਹਾਂ ਆਬਵੀਅਸ ਗੱਲ ਹੈ ਕਿ ਪੇਂਟਿੰਗ ਫੋਟੋਗ੍ਰਾਫੀ ਵਿੱਚੋਂ ਫੋਟੋਗ੍ਰਾਫੀ ਦੇਖੀ ਗਈ 1839 ਵਿੱਚ ਤੇ ਦੱਸਿਆ ਕਹਿੰਦੇ ਜਿਹੜੇ 올ਡਰ ਪੀਪਲ ਸੀ ਪੁਰਾਣੇ ਲੋਕ ਸੀ ਉਹ ਕਿ ਪੇਂਟਿੰਗ ਵਿਦ ਲਾਈਟ ਕਰਦੇ ਸੀ ਕਿਵੇਂ ਜਿਹੜੀ ਫੋਟੋਗ੍ਰਾਫੀ ਆ ਉਹਦੇ ਵਿੱਚ ਤਾਂ ਫਲੈਸ਼ ਹੈਗੀ ਆਪਣੇ ਕੋਲ ਫੋਨ ਮੋਬਾਈਲ ਫੋਨਸ ਵਿੱਚ ਕੈਮਰੇਸ ਦੇ ਨਾਲ ਤਾਂ ਉਹ ਤਾਂ ਅੱਗੇ ਰਾਤ ਨੂੰ ਫੋਟੋ ਖਿੱਚ ਸਕਦੇ ਆ ਜਿਹੜੀ ਪੇਂਟਿੰਗ ਹੈ ਉਹਦੇ ਵਾਸਤੇ ਕੀ ਚਾਹੀਦੀ ਲਾਈਟ ਤਾਂ ਉਹਦੇ ਅੰਦਰ ਲਿਖਤਾ ਪੇਂਟਿੰਗ ਵਿਦ ਲਾਈਟ ਤਾਂ ਆਪਾਂ ਨੂੰ ਕੀ ਚਾਹੀਦੀ ਹੈ ਲਾਈਟ ਤਾਂ ਹੀ ਫਿਰ ਕੀ ਹੋਊਗੀ ਪੇਂਟਿੰਗ ਹੋਊਗੀ
पेंटिंग फोटोग्राफी, फोटोग्राफी अपीयरेंस 1839 तो ओल्डर पीपल पेंटिंग विद लाइट करते हैं। ठीक है जी। चलो नेक्स्ट देखिए 27 आ गया अपने को, ਇਹਦੇ है आंसर हिस्टोरिकल रिकॉर्ड्स कह लो। अच्छा ਜਿਹੜੇ ਕਿ ਹਿਸਟੋਰੀਕਲ ਹੋ ਗਏ ਪੁਰਾਣੇ ਜਿਹੜੇ ਹਨਾ ਪੁਰਾਣੇ ਰਿਕਾਰਡ ਸੀਗੇ ਉਹ ਰਿਕਾਰਡਸ ਨੂੰ ਪਹਿਲਾਂ ਕਹਿੰਦੇ ਕੀ ਕਰੋ ਸੀਰੀਜ਼ ਦੇ ਵਿੱਚ ਲਗਾ ਲਓ। ਸੀਰੀਜ਼ ਪਹਿਲਾਂ ਕਹਿੰਦਾ ਕਿ ਹਿਸਟੋਰੀਕਲ ਰਿਕਾਰਡਸ ਉਹਨੇ ਚੈੱਕ ਕਰਨੇ ਸੀ ਜਾਂ ਕੁਝ ਕਰਨਾ ਸੀ ਉਹਨੇ ਕਿਹਾ ਪਹਿਲਾਂ ਸੀਰੀਜ਼ ਚ ਕਰੋ, ਹੁਣ ਲਾਈਨ ਚ ਲਗਾ ਲਓ ਪਹਿਲਾਂ ਸਾਰੇ ਜਾਣੇ ਲਾਈਨ ਚ ਲਗਾ ਲਿਆ, ਫਿਰ ਕਹਿੰਦਾ ਐ ਕਰੋ ਲਾਈਨ ਚ ਤਾਂ ਲਾਈ ਲਿਆ, ਇਹਨੂੰ ਡੇਟ ਵਾਈਜ਼ ਇੱਕ ਸਾਈਟ ਤੇ ਅਪਲੋਡ ਕਰ ਦਿੰਦੇ ਕਹਿੰਦਾ ਆਪਾਂ। ਪਹਿਲਾਂ ਹਿਸਟੋਰੀਕਲ ਰੈਕੋਰਡ ਸੀਗੇ ਰਿਕਾਰਡ ਸੀਗੇ ਉਹਨਾਂ ਨੂੰ ਸੀਰੀਜ਼ ਦੇ ਵਿੱਚ ਲਗਾਇਆ ਗਿਆ, ਫਿਰ ਉਹਨੂੰ ਡੇਟ ਵਾਈਜ਼ ਇੱਕ ਸਾਈਟ ਦੇ ਉੱਤੇ ਅਪਲੋਡ ਕਰ ਦਿੱਤਾ ਗਿਆ। ਡੇਟ ਵਾਈਜ਼ ਸਾਈਟ ਦੇ ਉੱਤੇ ਅਪਲੋਡ ਕਰ ਦਿੱਤਾ ਗਿਆ ਜਿਹੜਾ ਕਿ ਹਜ਼ਾਰਾਂ ਸਾਲਾਂ ਲਈ ਉੱਤੇ ਅਪਲੋਡ ਹੈ, 1000 years ਹਜ਼ਾਰਾਂ ਸਾਲਾਂ ਲਈ ਉੱਤੇ ਅਪਲੋਡ ਹੈ। ਠੀਕ ਹੈ ਜੀ। ਹਿਸਟੋਰੀਕਲ ਰੈਕੋਰਡਸ ਜਿਨ੍ਹਾਂ ਨੂੰ ਕੀ ਪਹਿਲਾਂ ਸੀਰੀਜ਼ ਦੇ ਵਿੱਚ ਲਗਾਇਆ ਗਿਆ ਫਿਰ ਡੇਟ ਵਾਈਜ਼ ਇੱਕ ਸਾਈਟ ਦੇ ਉੱਤੇ ਅਪਲੋਡ ਕਰਤਾ ਜਿਹੜਾ ਕਿ 1000 years ਲਈ ਉੱਤੇ ਅਪਲੋਡਡ ਹੈ। ਚਲੋ ਨੈਕਸਟ ਤੇ ਆ ਜਾਓ। ਆਰਸਿਲਰ ਨਾਂ ਦਾ ਬੰਦਾ ਸੀਗਾ, ਆਰਸਿਲਰ ਨਾਂ ਦਾ ਬੰਦਾ ਸੀ, ਉਹਦੀ ਕੰਪਨੀ ਸੀ ਕਿ ਸਟੀਲ ਮੇਕਰ, ਸਟੀਲ ਬਣਾਉਂਦਾ ਹੁੰਦਾ ਸੀ। ਉਹ 2006 ਦੀ ਗੱਲ ਆ ਤੇ ਉਹ ਕਹਿੰਦੇ ਯੂਰਪ ਦੇ ਵਿੱਚ ਸਭ ਤੋਂ ਵੱਡਾ ਸੀਗਾ ਸਟੀਲ ਮੇਕਰ, ਆਰਸਿਲਰ ਸਟੀਲ ਮੇਕਰ ਸੀਗਾ ਤੇ ਉਹਦੀ ਕੰਪਨੀ ਜਿਹੜੀ ਸੀ ਟੇਕਨ ਓਵਰ ਬਾਈ ਮਿੱਤਲ, ਮਿੱਤਲਾਂ ਨੇ ਲੈ ਲਈ ਸੀ ਉਹਦੀ ਕੰਪਨੀ। ਜਿਹੜਾ ਮਿੱਤਲ ਸੀ ਲక్ష్ਮੀ ਮਿੱਤਲ। ਆਰਸਿਲਰ ਜਿਹੜਾ ਬੰਦਾ ਸੀ ਉਹਦੀ ਕੰਪਨੀ ਸੀ ਸਟੀਲ ਮੇਕਰ ਦੀ ਤੇ ਉਹ ਟੇਕਨ ਓਵਰ ਕਬਜ਼ਾ ਕਰ ਲਿਆ ਸੀ ਮਿੱਤਲਾਂ ਨੇ। ਮਿੱਤਲ ਕੌਣ? ਲక్ష్ਮੀ ਮਿੱਤਲ ਨੇ। ਤੇ ਫਿਰ ਉਹਨਾਂ ਦੇ ਵਿਚਕਾਰ ਟੇਕ ਓਵਰ ਬੈਟਲ, ਉਹਨਾਂ ਵਿੱਚ ਬੈਟਲ ਕੀ ਹੁੰਦੀ ਹੈ? ਜੰਗ, ਲੜਾਈ ਚੱਲੀ। ਕਿੰਨੇ 6 ਮਹੀਨੇ ਲਈ ਉਹਨਾਂ ਕੋਲ ਕੀ ਹੈ ਲੜਾਈ ਚੱਲਦੀ ਰਹੀ ਤੇ ਇਹ ਗੱਲ ਪਹਿਲਾਂ ਜਿਹੜੀ ਸੀਗੀ ਕਿੱਥੇ ਫੈਲੀ? ਯੂਰਪ ਦੇ ਵਿੱਚ, ਫਿਰ ਸਾਰੀ ਗਲੋਬਲ ਦੇ ਵਿੱਚ ਫੈਲ ਗਈ। ਇੱਕ ਹੋਰ ਧਿਆਨ ਰੱਖਿਆ ਕਰੋ ਅਗਰ ਤੁਹਾਨੂੰ ਜੇ ਆ ਵੀ ਬਾਹਰੋਂ ਆ ਗਿਆ ਜਾਂ ਇਹਨਾਂ ਵਿੱਚੋਂ ਯਾਦ ਕਰਨਾ ਹੋਵੇ ਗਲੋਬਲ ਵਰਲਡ ਹੋਵੇ ਹਨਾ, ਗਲੋਬਲ ਵਰਡ ਹੋਵੇ ਜਾਂ ਵਰਲਡ ਲਿਖਿਆ ਹੋਵੇ ਜਾਂ ਬੈਸਟ ਲਿਖਿਆ ਹੋਵੇ ਹਨਾ, ਉਹ ਸਾਰੇ ਲਾਸਟ ਤੇ ਆਉਂਦੇ ਹੁੰਦੇ ਨੇ। ਇੰਨਾ ਕੁ ਯਾਦ ਰੱਖ ਲਿਓ ਹਨਾ, ਆਹ ਵਾਲੇ ਵਰਡਸ ਗਲੋਬਲ ਸੀਗੇ ਤਾਂ ਲਾਸਟ ਤੇ ਆਊਗਾ। ਚਲੋ ਆਰਸਿਲਰ ਸੀ ਸਟੀਲ ਮੇਕਰ ਦੀ ਕੰਪਨੀ ਸੀ, ਟੇਕਨ ਓਵਰ ਲక్ష్ਮੀ ਮਿੱਤਲ ਨੇ ਲੈ ਲਈ ਤੇ ਉਹਨਾਂ ਵਿਚਕਾਰ 6 ਮਹੀਨੇ ਲੜਾਈ ਚੱਲੀ, ਬੈਟਲ ਚੱਲੀ। ਪਹਿਲਾਂ ਹੀ ਗੱਲ ਯੂਰਪ ਚ ਫੈਲ ਗਈ ਫਿਰ ਗਲੋਬਲ ਦੇ ਵਿੱਚ ਫੈਲ ਗਈ, ਮਤਲਬ ਸਾਰੀ ਦੁਨੀਆ ਚ ਫੈਲ ਗਈ। ਚਲੋ ਨੈਕਸਟ ਆ ਚਲੋ ਅੱਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਫਸਟ ਵਰਲਡ ਵਾਰ 1 ਕਦੋਂ ਹੋਈ ਸੀ? ਕਿਸੇ ਨੂੰ ਪਤਾ? ਜਿਹਨੂੰ ਪਤਾ ਹੈ ਉਹ ਨੀਚੇ ਕਮੈਂਟ ਕਰਕੇ ਦੱਸੋ ਫਸਟ ਵਰਲਡ ਵਾਰ ਕਦੋਂ ਸ਼ੁਰੂ ਹੋਈ ਸੀ, ਕਦੋਂ ਖਤਮ ਹੋਈ ਸੀਗੀ ਤੇ ਸੈਕੰਡ ਵਰਲਡ ਵਾਰ ਕਦੋਂ ਸ਼ੁਰੂ ਹੋਈ ਸੀ ਤੇ ਕਦੋਂ ਖਤਮ ਹੋਈ ਸੀ। ਅੱਛਾ ਫਿਰ ਇਹਦੇ ਨਾਲ ਲਿੰਕ ਵੀ ਜੋੜਦਾ ਹੋ, ਜਿਨ੍ਹਾਂ ਨੂੰ ਪਤਾ ਫਸਟ ਵਰਲਡ ਵਾਰ ਕਦੋਂ ਖਤਮ ਹੋਈ ਸੀ ਤਾਂ ਪਹਿਲਾਂ ਆਹ ਵਾਲਾ ਆਊਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਫਿਰ ਗੱਲ ਹੋਈ ਮੈਨੂਫੈਕਚਰਿੰਗ ਦੀ। ਆਫਟਰ ਵਰਲਡ ਵਾਰ 2 ਮੈਨੂਫੈਕਚਰਸ ਜੇ ਸਮਝ ਲਓ ਮੈਨੂਫੈਕਚਰਿੰਗ ਸ਼ੁਰੂ ਹੋ ਗਈ ਸੀ ਸੱਚ ਐਸ ਕੈਸੀਨਾ ਪਾਈਪਰ ਬੀਕਰਾਫਟ ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ। ਠੀਕ ਹੈ ਜੀ। ਆਫਟਰ ਵਰਲਡ ਵਾਰ 2 ਮੈਨੂਫੈਕਚਰਿੰਗ ਸ਼ੁਰੂ ਹੋ ਗਈ, ਸੈਸੀਨਾ ਪਾਈਪਰ ਬੀਕਰਾਫਟ ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ। ਫਿਰ 1950 ਬਾਈ ਦਾ 1950 ਹਨਾ, ਬਾਈ ਦਾ 1950 ਦੇ ਵਿੱਚ 1950 ਸਾਲ ਦੇ ਵਿੱਚ ਫਿਰ ਸੇਮ ਟਾਈਮ ਤੇ कंप्यूटर प्लेन्स बनने लग गए, स्मॉलर कंप्यूटर प्लेन बनने लग गए। दोबारा देखते हैं आप कि आफ्टर सेकंड वर्ल्ड वॉर मैन्युफैक्चरिंग शुरू होगी, सैसीना पाइपर बीकराफ्ट प्रोडक्शन शुरू होगी। फिर 1950 ਦੇ ਵਿੱਚ सेम टाइम ਤੇ स्मॉलर कंप्यूटर प्लेन बनाने शुरू करते ਸੀ ਉਹਨਾਂ ਨੇ। ठीक है जी। नेक्स्ट ਆਜੋ ਤੁਸੀਂ ਸਾਰਿਆਂ ਨੇ ਗਰਮੀ ਦੇ ਵਿੱਚ ਰੂਹ ਅਫਜ਼ਾ ਦਾ ਪੀਤਾ ਹੀ ਹੋਣਾ ਲਾਲ ਰੰਗ ਵਾਲਾ, ਆਪਾਂ ਉਹੀ ਬਣਾਉਣਾ ਇਹਦੇ ਵਿੱਚ। ਚਲ ਬਣਾਈ एक एंडोथर्मिक रिएक्शन ते एंडोथर्मिक एनर्जी ज़रा देख लो सारा ध्यान नाल, एंडोथर्मिक रिएक्शन ते एंडोथर्मिक एनर्जी। ठीक है। एक हैगी की चीज़ कहते एंडोथर्मिक रिएक्शन दे नाल एक एंडोथर्मिक एनर्जी तैयार करनी आपां। वो किवें करांगे? कहंदे आपां नूं बनाउणा पैना पहला शरबत। आ लिखिआ इत्ते शरबत देख लो, शरबत लिखिआ ਉਹੀ लाल रंग वाला ही बनाउणा आपां, याद रखांगे। एक एंडोथर्मिक रिएक्शन दे नाल एंडोथर्मिक एनर्जी बनाउणी है जिहदे विच कहंदे कि शरबत तैयार करना। तो शरबत तैयार करन लगे कहते तुसीं पहला मिक्स कीता पानी, मिक्स विद वाटर, पानी घोल लिया ਉਹਦੇ ਵਿੱਚ ਤੇ ਤੁਹਾਨੂੰ ਮੂੰਹ 'ਚ ਪਾਣੀ ਆਉਣ ਲੱਗ ਗਿਆ ਵੀ ਸਵਾਦ ਬਹੁਤ ਬਣੂਗਾ ਵੀ ਹੁਣ ਬਚਦੇ ਹੈ ਨਾ ਇਸ ਲਈ ਇਕੱਲੇ ਮਹਿਮਾਨ ਹੀ ਨਾ ਪੀ ਜਾਣ, ਅਸੀਂ ਵੀ ਪੀਣਾ ਚਾਹੁੰਦੇ ਹਾਂ। ਚਲੋ ਕੀ ਸੀਗਾ ਕਹਿੰਦੇ ਮਿਕਸਡ ਕੀਤਾ ਪਾਣੀ ਵਿਦ ਵਾਟਰ ਕੀਤਾ ਇਨ ਯੂਰ ਮਾਊਥ ਵੀ ਆਉਣ ਲੱਗ ਗਿਆ ਮੂੰਹ 'ਚ ਯਾਰ ਪਾਣੀ।
मैं भी पीना भाई है। फिर ਉਹਦੇ ਵਿੱਚ ਕੀ ਕੀਤਾ, ਪਹਿਲਾਂ ਤੁਸੀਂ ਉਹਦੇ ਕੋਲਡ ਪੈਕਸ ਬਣਾਏ। ਆਪਾਂ ਛੋਟੇ ਹੁੰਦੇ ਯਾਦ ਹੋ ਸਾਰਿਆਂ ਨੂੰ, ਆਪਾਂ ਕੀ ਕਰਦੇ ਸੀ, ਰੂਹ ਹਫਤੇ ਨੂੰ ਇੱਕ ਜਿਹੜੇ ਬਰਫ ਜੀ ਤੱਕ ਜਮਾਉਂਦੇ ਆ ਹਨਾ, ਉਹ ਜਿਹੜੇ ਕਿਊਬਸ ਕਹਿੰਦੇ, ਕਿਊਬਸ ਵਾਲੇ ਪਾ ਲੈਂਦੇ ਸੀਗੇ ਤੇ ਉਹਦੀ ਕੀ ਕੁਲਫੀ ਬਣਾ ਲੈਂਦੇ ਹੁੰਦੇ ਸੀਗੇ। ਉਵੇਂ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਕੋਲਡ ਹੁੰਦੇ ਸੀ ਉਹ ਪੈਕਸ, ਫਿਰ ਉਹ ਕੀ ਬਣ ਜਾਂਦੇ ਸੀ, ਆਈਸ ਪੈਕ ਬਣ ਜਾਂਦੇ ਸੀ ਹਨਾ। ਵੀ ਕੋਈ ਵੀ ਚੀਜ਼ ਪਹਿਲਾਂ ਠੰਡੀ ਹੋਊਗੀ ਫਿਰ ਉਹ ਕੀ ਆਈਸ ਬਣ ਜਾਊਗੀ। ਅਸੀਂ ਕੀਤਾ ਆਪਾਂ ਐਂਡੋਥਰਮਿਕ ਰਿਐਕਸ਼ਨ ਤੇ ਐਂਡੋਥਰਮਿਕ એનર્ਜੀ, ਜਿਹਦੇ ਨਾਲ ਸ਼ਰਬਤ ਤਿਆਰ ਕੀਤਾ, ਉਹਨੂੰ ਮਿਕਸ ਕੀਤਾ ਪਾਣੀ ਦੇ ਨਾਲ, ਮੂੰਹ 'ਚ ਪਾਣੀ ਆਉਣ ਲੱਗ ਗਿਆ। ਉਹਦੇ ਪਹਿਲਾਂ ਕੋਲਡ ਪੈਕ ਤਿਆਰ ਕੀਤੇ, ਫਿਰ ਆਈਸ ਪੈਕ ਤਿਆਰ ਕੀਤੇ। ਕਲੀਅਰ ਹੈ ਸਾਰਿਆਂ ਨੂੰ? 30th ਹੋ ਗਿਆ ਆਪਣਾ। ਨੈਕਸਟ ਆ ਜਾਓ। ਇੱਕ ਫੌਜ ਦੇ ਵਿੱਚ ਨਹੀਂ ਹੁੰਦੇ ਜਨਰਲ ਫੌਜੀ ਹੁੰਦੇ ਨੇ ਬਈ, ਫੌਜ ਤੇ ਜਨਰਲ ਆ ਯਾਰ ਉਹ ਹਨਾ ਜਿਹਨੂੰ, ਤੇ ਉਹ ਇੱਕ ਫੌਜੀ ਸੀਗਾ ਜਨਰਲ, ਉਹਦੇ ਡਿਫਰੈਂਟ ਵਿਚਾਰ ਸੀਗੇ, ਡਿਫਰੈਂਟ ਵਿਊ ਸੀਗੇ। ਇੱਕ ਜਨਰਲ ਫੌਜੀ ਸੀ, ਉਹਦੇ ਕੀ ਸੀ, ਡਿਫਰੈਂਟ ਵਿਊ ਸੀਗੇ। ਉਹ ਕਹਿੰਦੇ ਕਿ ਇਹ ਕਦੇ ਵੀ ਨਹੀਂ, ਨਾ ਹੀ ਚੇਂਜ ਹੁੰਦਾ ਸੀ, ਨਾ ਹੀ ਕੰਪਰੋਮਾਈਜ਼ ਕਰਦਾ ਸੀ ਕਿਸੇ ਨਾਲ। ਕਹਿੰਦਾ ਸੀ ਮੈਂ ਟੌਰ ਨਾਲ ਰਹੂੰਗਾ, ਕਿਸੇ ਨਾਲ ਐ ਨਹੀਂ ਕੰਪਰੋਮਾਈਜ਼ ਕਰੂੰਗਾ, ਨਾ ਚੇਂਜ ਹੋਊਗਾ। ਪਰ ਉਹ ਬੰਦਾ ਕੀ ਹਮੇਸ਼ਾ ਫਾਰਵਰਡ ਰਹਿੰਦਾ ਸੀਗਾ। ਫਾਰਵਰਡ ਮਤਲਬ ਅੱਗੇ ਰਹਿਣਾ, ਕਾਹਦੇ ਲਈ, ਹੈਲਪ ਕਰਨ ਦੇ ਲਈ। ਆਪਾਂ ਵੀ ਨੋਟ ਕਰ ਲੈਣੇ। ਇੱਕ ਜਨਰਲ ਸੀਗਾ, ਡਿਫਰੈਂਟ ਵਿਊ ਸੀਗੇ ਉਹਦੇ, ਡਿਫਰੈਂਟ ਵਿਚਾਰ ਸੀਗੇ, ਨਾ ਹੀ ਚੇਂਜ ਹੁੰਦਾ ਸੀ, ਨਾ ਹੀ ਕੰਪਰੋਮਾਈਜ਼ ਕਰਦਾ ਸੀ, ਹਮੇਸ਼ਾ ਫਾਰਵਰਡ ਰਹਿੰਦਾ ਸੀ ਹੈਲਪ ਕਰਨ ਦੇ ਲਈ, ਲੋਕਾਂ ਦੀ ਹੈਲਪ ਕਰਨ ਨੂੰ ਤਿਆਰ ਹੈ। ਮਤਲਬ ਕਹਿੰਦਾ ਮੈਂ ਗੁਰਦੁਆਰਾ ਸਾਹਿਬ 'ਚ ਪੱਖੇ ਲਵਾ ਦੂੰਗਾ ਪਰ ਆਪਣਾ ਨਾਲ ਜ਼ਰੂਰ ਲਿਖਾਊਂਗਾ, ਤਾਂ ਹੀ ਐਂਡ ਤੇ ਪੁਆਇੰਟ ਬਣਿਆ ਕਿ ਐਟੀਟਿਊਡ ਦੇ ਵਿੱਚ ਰਹੂੰਗਾ। ਇੱਕ ਜਨਰਲ ਸੀ, ਡਿਫਰੈਂਟ ਵਿਊ ਸੀਗੇ, ਚੇਂਜ ਤੇ ਨਾ ਹੀ ਕੰਪਰੋਮਾਈਜ਼ ਹੁੰਦਾ ਸੀਗਾ ਉਹ, ਤੇ ਫਾਰਵਰਡ ਰਹਿੰਦਾ ਸੀ ਹੈਲਪ ਕਰਨ ਦੇ ਲਈ, ਭਾਵੇਂ ਕਹਿੰਦਾ ਪੱਖੇ ਲਵਾ ਦੂੰਗਾ ਪਰ ਆਪਦਾ ਨਾਂ ਤਾਂ ਲਿਖਾਊਂਗਾ, ਐਟੀਟਿਊਡ ਦੇ ਵਿੱਚ ਰਹੂੰਗਾ ਮੈਂ। ਪਤਾ ਵੀ ਲੱਗੇ ਪੱਖੇ ਲਵਾਈ ਸੀ। ਠੀਕ ਹੈ ਜੀ, ਇਹ ਦੇਖ ਲਓ। ਜਿਹਨੂੰ ਨਹੀਂ ਸਮਝ ਆਉਂਦੀ ਬੈਕ ਕਰਕੇ ਦੁਬਾਰਾ ਸੁਣ ਲਿਆ ਕਰੀ ਕਹਾਣੀ ਨੂੰ। ਨੈਕਸਟ ਆ ਗਿਆ ਨਿਊ ਵੈਂਚਰਸ। ਨਿਊ ਵੈਂਚਰ ਤੋਂ ਯਾਦ ਰੱਖੋ ਕਿ ਤੁਸੀਂ ਇੱਕ ਨਾ ਸਾਈਕਲ ਦੇ ਉੱਤੇ ਘੁੰਮਣ ਗਏ, ਕਿੱਧਰ, ਬ੍ਰਾਜ਼ੀਲ, ਚਾਈਨਾ, ਕੋਲੰਬੀਆ, ਇੰਡੀਆ, ਇੰਡੋਨੇਸ਼ੀਆ ਐਂਡ ਮੈਕਸੀਕੋ। ਚਲੋ ਨਿਊ ਵੈਂਚਰਸ ਆਪਾਂ ਯਾਦ ਰੱਖ ਲਾਂਗੇ। ਤੁਸੀਂ ਘੁੰਮਣ ਗਏ ਤੇ ਸਾਈਕਲ ਤੇ ਗਏ ਸੀਗੇ, ਸਾਈਕਲ ਦੇ ਵਿੱਚ ਰਾਸਤੇ 'ਚ ਆਉਂਦੇ ਜਾਂਦੇ ਤੁਹਾਨੂੰ ਕਾਫੀ ਸਾਈਕਲ ਤੇ ਕੀ ਹੈ ਪੈਂਚਰ ਹੁੰਦੇ ਨੇ। ਵੈਂਚਰ ਨੂੰ ਆਪਾਂ ਪੈਂਚਰ ਸਮਝ ਲਾਂਗੇ, ਪੈਂਚਰਸ, ਨਵੇਂ ਪੈਂਚਰ ਸਾਈਕਲ ਹੁੰਦਾ ਰਿਹਾ। ਤਾਂ ਆਉਂਦੇ ਜਾਂਦੇ ਬ੍ਰਾਜ਼ੀਲ, ਚਾਈਨਾ, ਕੋਲੰਬੀਆ, ਇੰਡੀਆ, ਇੰਡੋਨੇਸ਼ੀਆ, ਮੈਕਸੀਕੋ, ਤੇ ਇੱਕ ਆਉਂਦੇ ਜਾਂਦੇ ਕੀ ਸਾਈਕਲ ਪੈਂਚਰ ਹੁੰਦਾ ਰਿਹਾ। ਓਕੇ, ਤੁਸੀਂ ਆਉਂਦੇ ਜਾਂਦੇ ਰਾਸਤੇ 'ਚ ਤੁਹਾਡੇ ਕਿੰਨੇ ਪੈਸੇ ਲੱਗ ਗਏ, more than $203 ਮਿਲੀਅਨ ਇਨਵੈਸਟ ਹੋ ਗਏ। ਇੰਨਾ ਪੈਸਾ ਲੱਗ ਗਿਆ ਆਉਣ ਜਾਣ ਤੇ ਸਾਈਕਲ ਤੇ। ਕਿਉਂ ਲੱਗ ਗਿਆ, ਕਹਿੰਦੇ ਤੁਸੀਂ ਕੀ ਹੈ, ਤੁਹਾਡੇ ਲਈ ਇੱਕ ਤਾਂ ਇਹ ਕੀ ਸੀਗਾ, ਚੈਲੰਜ ਵਧੀਆ ਸੀਗਾ ਵੀ ਯਾਰ ਕਰਕੇ ਦਿਖਾਉਣਾ ਸਾਈਕਲ ਤੇ, ਉਤੋਂ ਐਕਸਪੀਰੀਅੰਸ 'ਚ ਬਹੁਤ ਵਧੀਆ ਹੋਇਆ। ਇੱਕ ਤੁਹਾਨੂੰ ਇਹ ਪਤਾ ਲੱਗ ਗਿਆ ਵਰਲਡ ਕੀ ਬਹੁਤ ਜ਼ਿਆਦਾ ਪੂਅਰ ਹੈ, ਤੇ ਤੁਸੀਂ ਕੀ ਆਉਂਦੇ ਜਾਂਦੇ ਕੀ ਕੀਤਾ, 203 ਮਿਲੀਅਨ ਇਨਵੈਸਟ ਕੀਤਾ। ਤੇ ਇੱਕ ਆਉਂਦੇ ਇੱਕ ਕੰਪਨੀ ਖੋਲੀ ਸੀ ਚਾਈਨਾ ਦੇ ਨਾਲ, ਵਰਕ ਸ਼ੁਰੂ ਕਰਤਾ ਸੀਗਾ ਚਾਈਨਾ ਦੇ ਨਾਲ, ਜਿਹੜੀ ਕੰਪਨੀ ਦਾ ਨਾਮ ਸੀਗਾ ਇਕੋਸਟਾਰ ਦੁਆਰਾ। ਨਿਊ ਵੈਂਚਰਸ, ਬ੍ਰਾਜ਼ੀਲ, ਚਾਈਨਾ, ਕੋਲੰਬੀਆ, ਇੰਡੀਆ, ਇੰਡੋਨੇਸ਼ੀਆ 203 ਮਿਲੀਅਨ ਇਨਵੈਸਟ ਕਰਤੇ, ਚੈਲੰਜ ਵਧੀਆ ਹੋਇਆ, ਐਕਸਪੀਰੀਅੰਸ ਵੀ ਵਧੀਆ ਸੀਗਾ, ਤੇ ਨਾਲੇ ਤੁਸੀਂ ਕੰਪਨੀ ਖੋਲੀ ਸੀ ਚਾਈਨਾ 'ਚ ਇਕੋਸਟਾਰ ਨਾਂ ਦੀ। देख लीजिए ध्यान से, बैक करके सुन लिया करो अगर तुम ना समझ आवे कोई चीज। नेक्स्ट आ गया एक कैनेडा का इंस्टीट्यूट, द कैनेडियन इंस्टीट्यूट, कैनेडा का इंस्टीट्यूट जिन्ना का एम की ना मकसद, ठीक है। द कैनेडा का इंस्टीट्यूट जिन्ना का एम सीगा कि स्कूल ਦੇ ਵਿੱਚ ਕਵਰ ਕਰਾਉਣਗੇ ਵਾਈਡ ਰੇਂਜ ਆਫ ਟੌਪਿਕਸ। ਕਹਿੰਦੇ ਉਹ ਸਾਰੇ ਤਰ੍ਹਾਂ ਦੇ ਕੀ ਕਾਫੀ ਤਰ੍ਹਾਂ ਦੇ ਕੀ ਟੌਪਿਕਸ ਨੂੰ ਕੀ ਹੈ ਕਵਰ ਕਰਾਉਂਦੇ ਸੀ, ਮਤਲਬ ਕਲੀਅਰ ਕਰਾਉਂਦੇ ਸੀਗੇ। ਏਮ ਸੀ ਉਹਨਾਂ ਦਾ ਵੀ ਕਰਾ ਦਿਆ ਕਰਨਾ। ਕੈਨੇਡਾ ਦਾ ਇੰਸਟੀਚਿਊਟ ਸੀ, ਉਹਨਾਂ ਦਾ ਏਮ ਸੀਗਾ ਇਹ ਵਾਈਡ ਰੇਂਜ ਆਫ ਟੌਪਿਕਸ ਕਰਾਉਂਦੇ ਸੀਗੇ। ਪੰਗਾ ਕਿ ਉਹ ਕੱਲੀ ਥਿਉਰੀ ਕਰਾਉਂਦੇ ਰਹਿੰਦੇ ਸੀਗੇ, ਹਾਲੀ ਕਿਹੜਾ ਥਿਉਰੀ, ਕੱਲੀ ਥਿਉਰੀ ਕਰਾਉਂਦੇ ਰਹਿੰਦੇ ਸੀਗੇ ਤੇ ਕਿ ਇਨਫੋਰਮੇਸ਼ਨ ਕੋਈ ਨਹੀਂ ਦਿੰਦੇ ਸੀਗੇ। ਦੁਆਰਾ ਕੈਨੇਡਾ ਦਾ ਇੰਸਟੀਚਿਊਟ ਜਿਨ੍ਹਾਂ ਦਾ ਏਮ ਸੀਗਾ ਕਿ ਵਾਈਡ ਰੇਂਜ ਆਫ टॉपिक्स कराते हैं, थ्योरी कराते रहते हैं, इन्फॉर्मेशन कोई नहीं देते। चलो ध्यान से देख लीजिए, फिर नेक्स्ट करते हैं। जिनको नहीं याद हुई या नहीं पता लगा बैक करके थोड़ा सा कर लो स्टोरी दोबारा। नेक्स्ट आ जाओ। याद रखने वास्ते एक चक लिया ਆਪਾਂ ECO, ਇੰਗਲਿਸ਼ ਬੜਾ ਇਹਦਾ ਕੀ ਬਣ ਜਾਊਗਾ, ਇਕੋ। ਆਪਾਂ ਜਦ ਨਾਲ ਇਕੋ ਜੇ ਫੁੱਟਪ੍ਰਿੰਟ ਸੀਗੇ ਜਿਹੜੇ ਕਿ ਤੁਹਾਨੂੰ ਮਿਲੇ ਨੇਚਰ ਦੇ ਵਿੱਚ।
ਕਿਤੇ ਕੋਈ ਗੱਲ ਹੋਈ ਕਿ ਇੱਕੋ ਜਿਹੇ ਫੁੱਟਪ੍ਰਿੰਟ ਮਿਲ ਗਏ ਨੇਚਰ ਦੇ ਵਿੱਚ, ਇੱਕੋ ਜਿਹੇ ਫੁੱਟਪ੍ਰਿੰਟ ਮਿਲੇ ਨੇਚਰ ਦੇ ਵਿੱਚ। ਇਹ 'ਚ ਗੱਲ ਵੀ ਲਿਖੀ ਹੈ ਕਿ ਡਿਮਾਂਡ ਦੀ ਗੱਲ ਕੀਤੀ, ਇੱਕ ਸਪਲਾਈ ਦੀ। ਪਹਿਲਾਂ ਡਿਮਾਂਡ ਦੀ ਗੱਲ ਕੀਤੀ ਤਾਂ ਔਨ ਦਾ ਡਿਮਾਂਡ ਵਾਲਾ ਚੱਕ ਲਓ। ਇੱਕੋ ਜਿਹੇ ਫੁੱਟਪ੍ਰਿੰਟ ਸੀ ਜਿਨ੍ਹਾਂ ਨੂੰ ਕੀ ਹੈ ਨੇਚਰ ਦੇ ਵਿੱਚ ਮੈਜ਼ਰ ਕੀਤਾ ਗਿਆ। ਇੱਕੋ ਜਿਹੇ ਫੁੱਟਪ੍ਰਿੰਟ ਨੇਚਰ ਦੇ ਵਿੱਚ ਮਿਲੇ ਜਿਨ੍ਹਾਂ ਨੂੰ ਮੈਜ਼ਰ ਕੀਤਾ ਗਿਆ। ਮੈਜ਼ਰ ਕਰਕੇ ਪਤਾ ਚੱਲਿਆ ਕਿ ਉਹਨਾਂ ਨੂੰ 6 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ, ਵੰਡਿਆ ਗਿਆ। ਇਹ ਵਾਲੀ ਗੱਲ ਪਹਿਲਾਂ ਕੀ ਹੈ ਸਾਈਟ ਤੇ ਫੈਲੀ, ਫਿਰ ਸਿਟੀ 'ਚ ਫੈਲ ਗਈ, ਫਿਰ ਸਟੇਟ 'ਚ ਫੈਲ ਗਈ, ਫਿਰ ਨੇਸ਼ਨ 'ਚ ਫੈਲ ਗਈ, ਐਂਡ ਫਿਰ ਕਿੱਥੇ ਫੈਲ ਗਈ ਗਲੋਬਲ ਦੇ ਵਿੱਚ। ਆ ਲਿਖਿਆ ਗਲੋਬਲ। ਗਲੋਬਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਲਾਸਟ ਤੇ ਜ਼ਿਆਦਾਤਰ ਕੀ ਆਉਂਦਾ ਗਲੋਬਲ ਵਰਡ ਆਉਂਦਾ ਹੁੰਦਾ ਹੈ, ਤਾਂ ਆਪਾਂ ਗਲੋਬਲ ਵਰਡ ਤਾਂ ਪਹਿਲਾਂ ਹੀ ਯਾਦ ਰੱਖਾਂਗੇ ਕਿ ਲਾਸਟ ਤੇ ਆਊਗਾ। ਦੁਬਾਰਾ ਸਟੋਰੀ ਦੇਖ ਲੈਂਦੇ ਹਾਂ। ਇੱਕੋ ਜਿਹੇ ਫੁੱਟਪ੍ਰਿੰਟ ਸੀਗੇ ਜਿਹੜੇ ਨੇਚਰ ਦੇ ਵਿੱਚ ਉਹਨਾਂ ਨੂੰ ਮੈਜ਼ਰ ਕੀਤਾ ਗਿਆ, ਮੈਜ਼ਰ ਕਰਕੇ 6 ਕੈਟਾਗਰੀਜ਼ ਵਿੱਚ ਵੰਡਿਆ ਗਿਆ। ਇਹ ਗੱਲ ਪਹਿਲਾਂ ਸਾਈਟ ਤੇ ਫੈਲੀ, ਫਿਰ ਸਿਟੀ 'ਚ ਫੈਲ ਗਈ, ਸਟੇਟ 'ਚ, ਫਿਰ ਨੇਸ਼ਨ 'ਚ, ਐਂਡ ਤੇ ਕਿੱਥੇ ਫੈਲ ਗਈ ग्लोबली फैल गई, दुनिया में, सारी दुनिया में। नेक्स्ट ਤੁਸੀਂ ਸਾਰਿਆਂ ਨੇ ਪਰਮੇਸ਼ ਵਰਮਾ ਦੀ ਫਿਲਮ ਦੇਖੀ ਹੋਣੀ ਸ਼ਾਇਦ, ਰੌਕੀ ਮੈਂਟਲ। ਨਹੀਂ ਦੇਖੀ ਤਾਂ ਵੀ ਗੱਲ ਬਣ ਜੂਗੀ। ਮੈਂਟਲ ਚੱਕੋ ਪਹਿਲਾਂ ਨਾਲ ਹੀ ਪੁਆਇੰਟਸ ਨਾਲ। ਮੈਂਟਲ ਇੱਕ ਰੌਕੀ ਮੈਂਟਲ ਨਾਂ ਦਾ ਬੰਦਾ ਸੀਗਾ, ਉਹ 84% ਸੀਗਾ ਮੈਂਟਲ। ਉਹ ਇੱਕ ਦਿਨ ਕਹਿੰਦੇ ਕੀ ਆ ਸਲੋਲੀ ਲਿਖਿਆ ਸਲੋਲੀ ਪਲੇਟਾਂ ਲੈ ਕੇ, ਟੈਕਟੋਨਿਕ ਪਲੇਟਾਂ ਲੈ ਕੇ ਤੁਰਿਆ ਜਾ ਰਿਹਾ ਟੌਪ ਤੇ, ਕਹਿੰਦਾ ਕੋਠੀ ਨੂੰ ਛੱਡ ਕੇ ਆਉਣਾ। ਇੱਕ ਮੈਂਟਲ ਸੀ 84%, ਸਲੋ ਤੁਰਿਆ ਜਾਂਦਾ ਸੀ, ਟੈਕਟੋਨਿਕ ਪਲੇਟਾਂ ਸੀ ਟੌਪ ਤੇ ਜਾ ਰਿਹਾ ਉਹ। ਅਚਾਨਕ ਕੀ ਹੋਇਆ ਸਡਨਲੀ, ਲਿਖਿਆ SUDN ਸਡਨਲੀ ਕੀ ਹੋਇਆ ਅਰਥਕੁਏਕ ਆਇਆ, ਧਰਤੀ ਹਿੱਲੀ ਤੇ ਉਹਦੇ ਹੱਥ 'ਚ ਜਿਹੜੇ ਪਲੇਟਾਂ ਸੀ ਉਹ ਹੋ ਗਏ ਰਿਲੀਜ਼। ਜੋ ਰਿਲੀਜ਼ ਹੋਈਆਂ ਮਤਲਬ ਛੱਡੀਆਂ ਗਈਆਂ, ਉਹ ਡਿੱਗ ਪਏ ਨੀਚੇ ਤੇ ਉਹਨਾਂ ਪਲੇਟਾਂ 'ਚ ਪੈ ਗਿਆ ਗੈਪ, ਕ੍ਰੀਏਟ ਹੋ ਗਿਆ ਗੈਪ ਪਲੇਟਾਂ ਦੇ ਵਿੱਚ, ਤਾਂ ਮਤਲਬ ਟੁੱਟ ਗਈਆਂ। ਤਾਂ ਫਿਰ ਉਹਦੇ ਵਿਚਾਰੇ ਦੇ ਗਾਲਾਂ ਪਈਆਂ। ਇੱਕ ਮੈਂਟਲ ਸੀਗਾ 84%, ਉਹਦੇ ਹੱਥ ਟੈਕਟੋਨਿਕ ਪਲੇਟਾਂ ਸੀ, ਸਲੋਲੀ ਤੁਰਿਆ ਜਾਂਦਾ ਸੀ। ਸਡਨਲੀ ਅਰਥਕੁਏਕ ਆ ਗਿਆ ਤੇ ਪਲੇਟਾਂ ਟੁੱਟ ਗਈਆਂ ਤੇ ਗੈਪ ਪੈ ਗਿਆ ਉਹਨਾਂ ਵਿੱਚ। देख लीजिए। फिर नेक्स्ट करते हैं लास्ट 36th। 2008 ਦੇ ਵਿੱਚ ਇੱਕ ਮੇਰਾ ਛੋਟਾ ਜਿਹਾ ਸੁਪਨਾ ਹੈ ਡ੍ਰੀਮ ਕਿ ਇੱਕ ਮੇਰੀ ਛੋਟੀ ਜਿਹੀ ਕੰਪਨੀ ਹੋਵੇ ਸੈਨ ਫ੍ਰਿਸਕੋ ਦੇ ਵਿੱਚ। बैक in 2008 a small company ਇੱਕ ਮੇਰਾ ਸੁਪਨਾ ਹੈ ਡ੍ਰੀਮ ਜਿਹੜੇ ਕਿ ਸੈਨ ਫ੍ਰਿਸਕੋ ਦੇ ਵਿੱਚ ਹੋਵੇ। ਉਸ ਸੁਪਨੇ ਦੇ ਵਿੱਚ ਜਾਂ ਮੇਰੀ ਕੰਪਨੀ ਦੇ ਵਿੱਚ ਮੈਂ ਕੀ ਚਾਹੁੰਦਾ ਪੀਪਲ ਵਿਦ ਸਪੇਅਰ ਬੈਡਰੂਮ, ਇਹ ਜਿਹੜੇ ਲੋਕ ਆਉਣਗੇ ਉੱਥੇ ਉਹਨਾਂ ਨੂੰ ਸਪੇਅਰ ਬੈਡਰੂਮਸ ਮਿਲੂਗਾ। ਵੈਲਕਮ ਕਰਾਂਗੇ ਸਟ੍ਰੇਂਜਰਸ, ਜਿਹੜੇ ਮਰਜ਼ੀ ਆ ਜਾਣ, ਉਹਨਾਂ ਨੂੰ ਘਰ ਵਰਗੀ ਫੀਲ ਆਊਗੀ। ਇੱਕ ਰੈਸਟੋਰੈਂਟ ਵੀ ਹੋਊਗਾ ਆਪਣੇ ਜਿੱਥੇ ਕਿ ਛੋਟੀ ਜਿਹੀ ਫੀਸ ਰੱਖੀ ਹੋਊਗੀ, ਉੱਥੇ ਖਾਣਾ ਵਗੈਰਾ ਖਾ ਸਕਦੇ ਨੇ। ਉਹ ਦੁਬਾਰਾ ਸੁਣਦੇ ਕੀ ਹੈ ਬੈਕ 2008 ਦੇ ਵਿੱਚ ਇੱਕ ਸੁਪਨਾ ਸੀ ਮੇਰਾ ਕਿ ਜਿੱਥੇ ਕਿ ਲੋਕ ਆਉਣ ਰਹਿਣ ਤੇ ਕੀ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਤੇ ਛੋਟੀ ਜਿਹੀ ਫੀਸ ਦੇਣ। ਹੁਣ ਉਹ ਫਾਸਟ ਫਾਰਵਰਡ ਅੱਗੇ ਜਾ ਕੇ ਦੇਖੀ 2016 ਦੇ ਵਿੱਚ ਉਹ ਸੁਪਨਾ ਹੁਣ ਵੱਡਾ ਹੋ ਚੁੱਕਾ ਹੈ, सक्सेसफुल हो चुका है। तो मेरी कंपनी का नाम मैं की रखा था शेयरिंग इकोनॉमी। ठीक है 2016 ਦੇ ਵਿੱਚ ਵੱਡਾ ਸੁਪਨਾ ਹੋ ਚੁੱਕਾ ਹੈ, ਸਕਸੈਸਫੁਲ ਹੋ ਚੁੱਕਾ ਹੈ। ਕੰਪਨੀ ਦਾ ਨਾਮ ਰੱਖ ਲਿਆ ਮੈਂ ਸ਼ੇਅਰਿੰਗ ਇਕਨੋਮੀ। ਤੇ ਕੰਪਨੀ ਦੇ ਵਿੱਚ ਹੁਣ ਮੈਂ ਮਿਲੀਅਨਸ ਪੈਸੇ ਕਮਾ ਰਿਹਾ। ਲਿਖਿਆ ਇੱਥੇ ਮਿਲੀਨੀਅਲਸ ਹੈ, ਤੁਸੀਂ ਮਿਲੀਅਨਸ ਯਾਦ ਰੱਖ ਲਿਓ। बैक in 2008 small company had a dream। ਫਿਰ ਉੱਤੇ ਪੀਪਲ ਆਉਣਗੇ, ਰੈਸਟੋਰੈਂਟ ਆਉਣਗੇ, ਖਾਣਗੇ, ਛੋਟੀ ਫੀਸ ਦੇਣਗੇ। ਕੰਪਨੀ ਦਾ ਨਾਮ ਹੈਗਾ ਸ਼ੇਅਰਿੰਗ ਇਕਨੋਮੀ ਤੇ ਉੱਥੇ ਮੈਂ ਮਿਲੀਅਨਸ ਪੈਸੇ ਕਮਾ ਰਿਹਾ। ठीक है जी। लो जी आप कर ले 36 हो गए टोटल। जिन्होंने पुराने नहीं किए वो वीडियोस देख लैन। दसिया आ वाली वीडियोस पईयां ने वी आर नॉलेज नाम के चैनल के उत्ते, वो तुसीं जाके प्लेलिस्ट चेक कर सकते हो। पहला आ वाली वीडियो देखियो जी, फिर देखो लास्ट वाली आह तीजी जिहड़ी आपां हुण देख ही रहे हैं, ਉਹਦੇ ਚ ਤੁਹਾਨੂੰ पता लग जाऊगा। ठीक है जी। इन्ना कुछ कीता का काम है सारा ते ਇਹਦੇ ਵਿੱਚ ਰੀਆਰਡਰ ਜਿਹੜੇ कर लिया 25 ਤੋਂ 36 टोटल अपने ਜਿਹੜੇ ने ਹੁਣ 1 ਤੋਂ ਲੈ ਕੇ 36। ठीक है जी। ਅੱਜ ਦੇ ਆਪਣੇ ਰੀਆਰਡਰ ਹੋ ਚੁੱਕੇ ਨੇ 36 ਜਿਹੜੇ ਕਿ ਪੇਪਰ ਦੇਣਾ ਜਾਣਾ ਚਾਹੁੰਦੇ ਨੇ ਹਨਾ ਪਹਿਲਾਂ ਵਿਦਆਊਟ ਐਨੀ ਕੋਚਿੰਗ, ਉਹ ਇੱਕ ਵਾਰੀ 36 ਕਰਕੇ ਚਲੇ ਜਾਣ, ਉਹਨਾਂ ਨੂੰ ਇਸ ਵਿੱਚੋਂ ਕੁਛ ਨਾ ਕੁਛ ਮਿਲ ਸਕਦਾ ਹੈ। ਅਦਰਵਾਈਜ਼ ਜਿਹੜੇ ਚਾਹੁੰਦੇ ਨੇ ਕਿ ਉਹ ਪੂਰੇ ਪਰਫੈਕਟ ਹੋ ਕੇ ਜਾਣ ਤਾਂ ਕਲਾਸਿਸ ਜੁਆਇਨ ਕਰਨ, ਉਹ ਆਨਲਾਈਨ ਜਾਂ ਆਫਲਾਈਨ, ਉਹਨਾਂ ਨੂੰ ਮੈਂ ਪ੍ਰੋਪਰ ਜਿੰਨੇ ਮੇਰੇ ਕੋਲ ਹੈਗੇ ਰੀਆਰਡਰ ਮੈਂ ਉਹ ਕਰਵਾ ਕੇ ਭੇਜੂੰਗਾ। ਉਹਨਾਂ ਨੂੰ ਮੋਸਟ ਪ੍ਰੋਬੇਬਲੀ 70% ਤਾਂ ਆਪਣਾ ਕੀ ਪੇਪਰ ਰਿਪੀਟ ਹੋ ਜਾਂਦਾ ਹੈ। ਜੇ ਰੀਆਰਡਰ ਵੀ ਕਰਨੇ ਇਕੱਲੇ ਤਾਂ ਉਹ ਵੀ ਆਪਣੇ 101% ਰਿਪੀਟ ਹੋ ਜਾਣਗੇ। 2 ਆਉਣੇ ਹੁੰਦੇ ਆ, ਦੋਨੇ ਆਪਣੇ ਕੋਲ ਰਿਪੀਟ ਹੋ ਜਾਣਗੇ ਉੱਥੇ ਪੇਪਰ 'ਚ। ਤਾਂ ਅਗਰ ਉਹ ਕਰਨੇ ਚਾਹੁੰਦੇ ਤੁਸੀਂ ਤਾਂ ਕਲਾਸਿਸ ਜੁਆਇਨ ਕਰੋ, ਅਦਰਵਾਈਜ਼ 36 ਕਰੋ, ਤੁਹਾਨੂੰ ਇਹ ਵੀ ਵਧੀਆ ਹੈ ਨਾ। ਇੱਕ ਅੱਧਾ ਹੋ ਸਕਦਾ ਹੈ ਨਾ ਮੇ ਵੀ ਹੋ ਜੇ 36 ਦੇ ਵਿੱਚੋਂ, ਵੈਸੇ ਹੋ ਜਾਂਦਾ ਪਰ ਇਹਦੇ ਵਿੱਚੋਂ ਕਰ ਸਕਦੇ ਤੁਸੀਂ। 36 ਤੁਸੀਂ ਦੇਖੋ, ਸਮਝੋ, ਯਾਦ ਕਰੋ, ਆਨਸਰ ਲਾਉਂਦੇ ਰਹੋ।
ठीक है जी। जिन्होंने अगे करना चाहता है या पेपर होर रिपीट चाहते हैं तो क्लासेस ज्वाइन कर। क्लासेस ज्वाइन वास्ते आप सारा कुछ लिखा हुआ है, इतने ध्यान नाल पढ़ लो तो ज्वाइन करने वास्ते सानू कॉन्टैक्ट करो। नंबर सारा कुछ डिटेल नीचे दी हुई डिस्क्रिप्शन दे विच, ठीक है जी। जिन्होंने लगता है कि वो ज्वाइन कर सकते हैं तो वो करन, ठीक है जी। अज लई इन्ना, बाय बाय।